ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਅਰਵਿੰਦ ਕੇਜਰੀਵਾਲ ਉਹ ਭਾਰਤ ਦੀ ਸਿਆਸਤ ਦਾ ਉਹ ਚਿਹਰਾ ਜਿਹੜਾ ਪਿਛਲੇ ਲਗਭਗ ਇੱਕ ਦਹਾਕੇ ਤੋਂ ਚਮਕਿਆ ਜਾਂ ਉੱਭਰਿਆ, ਪਰ ਜਿਸ ਤੇਜ਼ੀ ਦੇ ਨਾਲ ਉਹ ਉੱਭਰਿਆ ਚਿਹਰਾ ਉਸੇ ਤੇਜ਼ੀ ਦੇ ਨਾਲ ਲੱਗਦਾ ਉਹ ਕਿਤੇ ਅਲੋਪ ਹੋ ਰਿਹਾ। ਦਰਅਸਲ ਅਰਵਿੰਦ ਕੇਜਰੀਵਾਲ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਕੇ ਆਪਣੀ ਸਿਆਸਤ ਚਮਕਾ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਉਹ ਕਾਂਗਰਸ ਦਾ ਵਿਰੋਧ ਕਰਨ ਤੇ ਜਾਂ ਕਾਂਗਰਸ ਦੇ ਨਾਲ ਖੜਨ। ਹੁਣ ਇਸ ਦੀ ਤਾਜ਼ਾ ਤਰੀਨ ਉਦਾਹਰਨ ਆ, ਕਿਉਂਕਿ ਪਟਨਾ ਦੇ ਵਿੱਚ ਜੋ ਕੁਝ ਵਾਪਰਿਆ 23 ਜੂਨ ਨੂੰ ਉਹ ਘਟਨਾ ਵਾਪਰੀ, ਉਹ ਘਟਨਾ ਜਿਸ ਦੇ ਵਿੱਚ 17 ਪਾਰਟੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤੇ ਫੈਸਲਾ ਉਹਨਾਂ ਨੇ ਇਹ ਲੈਣਾ ਹੁੰਦਾ ਕਿ ਅਸੀਂ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਸੰਨ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਕਿਸ ਤਰ੍ਹਾਂ ਹਰਾਈਏ, ਉਹਨਾਂ ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਕਿਸ ਤਰ੍ਹਾਂ ਕਰੀਏ। ਕਿਉਂਕਿ ਉਹਨਾਂ ਨੇ ਭਾਰਤ ਦੇ ਜਿਹੜੇ ਸੰਸਥਾਨ ਨੇ, ਇੰਸਟੀਚਿਊਟਸ ਨੇ, ਖਾਸ ਤੌਰ ਤੇ ਸੰਵਿਧਾਨਿਕ ਇੰਸਟੀਚਿਊਟਸ, ਉਹਨਾਂ ਨੂੰ ਲਗਭਗ ਖਤਮ ਕਰਤਾ ਜਾਂ ਤਹਿਸ ਨਹਿਸ ਕਰਤਾ, ਇਹ ਉਹਨਾਂ ਦਾ ਕਹਿਣਾ। ਪਰ ਅਰਵਿੰਦ ਕੇਜਰੀਵਾਲ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇਹ ਨਹੀਂ ਡਿਸਾਈਡ ਕਰ ਪਾ ਰਹੇ ਕਿ ਉਹ ਕਾਂਗਰਸ ਦੇ ਨਾਲ ਖੜੇ ਹੋਣ ਜਾਂ ਕਾਂਗਰਸ ਦਾ ਵਿਰੋਧ ਕਰਨ, ਕਿਉਂਕਿ ਹਜੇ ਤੱਕ ਇਹ ਲੱਗਦਾ, ਸ਼ੁਰੂ 'ਚ ਤਾਂ ਮੰਨ ਗਏ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਇਹ ਆ ਕਿ ਕਿਸੇ ਤਰ੍ਹਾਂ ਇਹ ਜਿਹੜਾ ਗੱਠਜੋੜ ਬਣ ਰਿਹਾ ਵਿਰੋਧੀ ਪਾਰਟੀਆਂ ਦਾ, ਇਹ ਕਿਤੇ ਕਾਮਯਾਬ ਨਾ ਹੋਵੇ, ਬਲਕਿ ਲੱਗ ਇਹ ਰਿਹਾ ਉਹ ਇਸ ਗੱਠਜੋੜ ਨੂੰ ਕਿਤੇ ਨਾ ਕਿਤੇ ਅਸਫਲ ਕਰਨਾ ਚਾਹੁੰਦੇ ਨੇ, ਫੇਲ ਕਰਨਾ ਚਾਹੁੰਦੇ ਨੇ। ਇਹਨਾਂ ਸਾਰੀਆਂ ਕਾਰਨਾਂ ਬਾਰੇ ਜਾਣਾਂਗੇ, ਕਿਉਂਕਿ ਕਾਰਨ ਇੱਕ ਹੋਰ ਵੀ ਆ। ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਨੇ ਬਿਜਲੀ ਦੀ, ਸੜਕ ਦੀ, ਪਾਣੀ ਦੀ ਸਿਆਸਤ ਕੀਤੀ, ਜਿਹੜੇ ਕਿ ਆਮ ਤੌਰ ਤੇ ਮਿਊਨਿਸਪਲ ਕਾਰਪੋਰੇਸ਼ਨ ਲੈਵਲ ਦੇ ਮੁੱਦੇ ਹੁੰਦੇ ਆ, ਉਨੀ ਦੇਰ ਤੱਕ ਇਹ ਪਾਰਟੀ ਬਹੁਤ ਕਾਮਯਾਬ ਰਹਿੰਦੀ ਆ। ਉਨੀ ਦੇਰ ਤੱਕ, ਕਿਉਂਕਿ ਇਹ ਕਹਿੰਦੀ ਆ ਕਿ ਅਸੀਂ ਬਿਜਲੀ ਵੀ ਫ੍ਰੀ ਦੇ ਦਾਂਗੇ, ਅਸੀਂ ਪਾਣੀ ਵੀ ਫ੍ਰੀ ਦੇ ਦਾਂਗੇ ਜਾਂ ਘੱਟ ਰੇਟਸ 'ਤੇ ਦੇ ਦਾਂਗੇ, ਅਤੇ ਅਸੀਂ ਸੜਕਾਂ ਵੀ ਬਣਾ ਦਾਂਗੇ। ਇਹ ਸਾਰੇ ਆਮ ਮੁੱਦੇ ਜਿਹੜੇ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇੱਕ ਮਿਊਨਿਸਪਲ ਕਾਊਂਸਲ ਲੈਵਲ ਦੇ ਹੁੰਦੇ ਆ। ਪਰ ਜਿਸ ਤਰ੍ਹਾਂ ਹੀ ਨੈਸ਼ਨਲ ਲੈਵਲ ਦੇ ਮੁੱਦੇ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਫੈਡਰਲ ਲੈਵਲ ਦੇ ਜਾਂ ਨੈਸ਼ਨਲ ਲੈਵਲ ਦੇ, ਇੰਟਰਨੈਸ਼ਨਲ ਲੈਵਲ ਦੇ ਮੁੱਦੇ, ਉੱਥੇ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਭਟਕ ਜਾਂਦੇ ਨੇ, ਡਰ ਜਾਂਦੇ ਨੇ, ਪਿਛਾਂਹ ਪੈਰ ਖਿੱਚਣ ਲੱਗ ਜਾਂਦੇ ਨੇ। ਇਸ ਬਾਰੇ ਅੱਜ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਇੱਕ ਬਹੁਤ ਅਹਿਮ ਬੈਠਕ ਕਰਨ ਜਾ ਰਹੀ ਆ, ਔਰ ਖ਼ਾਸ ਤੌਰ 'ਤੇ ਇਹ ਬੈਠਕ ਇਸ ਲਈ ਹੋ ਰਹੀ ਆ ਕਿਉਂਕਿ 20 ਜੂਨ ਨੂੰ ਪੰਜਾਬ ਵਿਧਾਨ ਸਭਾ ਇੱਕ ਬਿੱਲ ਲੈ ਕੇ ਆਉਂਦੀ ਆ, ਬਿੱਲ ਪਾਸ ਵੀ ਹੋ ਜਾਂਦਾ, ਔਰ ਇਹ ਬਿੱਲ ਲੈ ਕੇ ਆਇਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਆ ਉਹ ਕਿਸੇ ਇੱਕ ਨਿੱਜੀ ਹੱਥ ਦੇ ਵਿੱਚ ਨਾ ਰਹੇ ਜਾਂ ਇੱਕ ਨਿੱਜੀ ਚੈਨਲ ਦੇ ਹੱਥ ਦੇ ਵਿੱਚ ਨਾ ਰਹੇ। ਉਸ ਦਾ ਪ੍ਰਸਾਰਣ ਸਾਰੇ TV ਚੈਨਲਸ ਕਰ ਸਕਣ, ਸਾਰੇ ਰੇਡੀਓਜ਼ ਕਰ ਸਕਣ, ਡਿਜੀਟਲ ਮੀਡੀਆ ਕਰ ਸਕਣ। ਕਿਉਂ ਇਸ ਨੂੰ ਕਮਰਸ਼ਲਾਈਜ਼ ਕੀਤਾ ਜਾਵੇ? ਇਸ ਕਰਕੇ ਇਹਦਾ ਵਪਾਰੀਕਰਨ ਬੰਦ ਹੋਵੇ, ਇਸ ਚੀਜ਼ ਨੂੰ ਅੱਗੇ ਲੈ ਕੇ ਉਹ ਵਧੇ। ਅਤੇ ਉਹਨਾਂ ਨੇ ਉਹ ਜਿਹੜਾ ਆਪਣਾ ਗੁਰਦੁਆਰਾ ਐਕਟ ਸੀ ਉਹਦੇ ਵਿੱਚ ਸੰਸ਼ੋਧਨ ਕੀਤਾ, ਬਲਕਿ ਉਹਦੇ ਵਿੱਚ ਧਾਰਾ 125 ਜੋੜ ਕੇ ਇਸ ਚੀਜ਼ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਕਿ ਜਿਹੜਾ ਇਹ ਗੁਰਬਾਣੀ ਦਾ ਪ੍ਰਸਾਰਣ ਆ ਉਹ ਪੂਰੀ ਦੁਨੀਆ ਤੱਕ ਬਗੈਰ ਕਿਸੇ ਰੋਕ ਟੋਕ ਦੇ, ਬਗੈਰ ਕਿਸੇ ਵਿਘਨ ਦੇ ਪਹੁੰਚ ਸਕੇ। ਪਰ ਹੁਣ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ, ਉਹ ਕਹਿੰਦੇ ਦੇਖੋ ਜੀ, ਇਹ ਤਾਂ ਸਿੱਖ ਜਿਹੜੇ ਧਰਮ ਦੇ ਮਾਮਲੇ ਆ ਉਹਨਾਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਆ, ਇਹ ਤਾਂ ਹੋਣੀ ਨਹੀਂ ਚਾਹੀਦੀ। ਇਸ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਵਾਕਿਆ ਦਖਲਅੰਦਾਜ਼ੀ ਆ ਜਾਂ ਜਿਹੜੀ ਪੰਜਾਬ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਵਾਕਿਆ ਚਾਹੁੰਦੀ ਆ ਕਿ ਕਿਸੇ ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਇਸ ਗੁਰਬਾਣੀ ਨੂੰ ਪ੍ਰਸਾਰਣ ਕਰਨ ਦਾ ਜਾਂ ਗੁਰਬਾਣੀ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਉਹ ਖਤਮ ਕੀਤਾ ਜਾਵੇ। ਤੇ ਅਖੀਰ ਤੇ ਗੱਲ ਕਰਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਪਣੀ 5 ਦਿਨਾਂ ਦੀ ਵਿਦੇਸ਼ ਯਾਤਰਾ ਤੋਂ ਵਾਪਸ ਆ ਗਏ ਆ। ਅਮਰੀਕਾ ਸੀ ਉਹ, ਉਸ ਤੋਂ ਬਾਅਦ ਉਹ ਇਜਿਪਟ ਵੀ ਗਏ ਆ। ਪਰ ਇਸ ਦੌਰਾਨ ਜਿੰਨਾ ਵਿਰੋਧ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੀ ਧਰਤੀ 'ਤੇ ਸਾਹਮਣਾ ਕਰਨਾ ਪਿਆ, ਉਹ ਤੁਹਾਨੂੰ TV ਚੈਨਲਸ 'ਤੇ ਦਿਖਿਆ ਨਹੀਂ ਹੋਣਾ, ਕਿਉਂਕਿ ਉੱਥੇ ਤਾਂ ਸ਼ਲਾਘਾ ਹੀ ਬਹੁਤ ਹੋਈ, ਪ੍ਰਸ਼ੰਸਾ ਹੀ ਬਹੁਤ ਹੋਈ ਕਿ ਕਮਾਲ ਹੀ ਹੋ ਗਈ ਇਹ ਤਾਂ ਵਿਜ਼ਿਟ। ਪਰ ਉੱਥੇ ਵਿਰੋਧ ਵੀ ਹੋਇਆ, ਔਰ ਕਿੰਨਾ ਕਾਰਨਾਂ ਕਰਕੇ ਹੋਇਆ। ਅੱਜ ਉਹਨਾਂ ਕਾਰਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਟੇਟ ਵਿਜ਼ਿਟ ਦਾ ਵਿਰੋਧ ਹੋਇਆ,
कि वाकया वो ठीक सी। अरविंद केजरीवाल जिद्दां ही नैशनल राजनीति ते भारत की सियासत दे विच उभरदे ने, उसे तरह वो कई मुद्दों ते एक्सपोज होना शुरू हो जाते हैं। हुण तुसीं देखो, जिहड़ी 23 जून नूं पटना दे विच एक बैठक बुलाई गई सी, विरोधी धिरां दी ये बैठक सी, उस दे विच अरविंद केजरीवाल भी जांदे ते नाल अपने पंजाब दे मुख मंत्री भगवंत मान नूं भी लै जांदे आ। और अक्सर ये कहा जाता कि अरविंद केजरीवाल भगवंत मान नूं एक तरह के ATM कार्ड वालों नाल लै जांदे आ। उन्हां नूं ATM कार्ड इस करके समझते आ कि पंजाब दे मुख मंत्री ने फुल फ्लैजड स्टेट आ ते भगवंत मान उन्हां दे नाल रहणगे तां खर्चा पानी है जिहड़ा वो भी सारा कुछ पंजाब ते ही पै जूगा। ये अक्सर विरोधी धिर दे जिहड़े लीडर्स ने वो इन्हां ते इल्ज़ाम भी लाउंदे ने। खैर, साडा मुद्दा ये नहीं है। साडा मुद्दा यह आ कि जाण तो पहलां अरविंद केजरीवाल उस मीटिंग दे विच शामिल तां हुंदे आ, भगवंत मान भी शामिल हुंदे आ, पर उस मीटिंग दे विच जाण तो पहलां एक शर्त रखदे आ। कहंदे जिहड़ा ऑर्डीनेंस लैके आंदा, केंद्र सरकार ने ऑर्डीनेंस लैके आंदा जिस नाल साडी दिल्ली सरकार दीआं पावर्स सारियां खत्म करतियां, ताकतां सारियां खत्म करतियां। हालांकि उस तो पहलां सुप्रीम कोर्ट का ऑर्डर भी आया हुंदा। इस नाल साडी जिहड़ी आ ਉਹ बिल्कुल जी ताकत आ वो बिल्कुल चली गई आ। असी किसी तरह का कोई काम नहीं कर सकते। तो जिन्नियां विरोधी धिर दे नेता ने या जिन्नियां विरोधी धिर दीयां पार्टियां ने वो पहलां साडा समर्थन करन, और खास तौर पर कांग्रेस साडा साथ देवे। खास तौर पर राज सभा दे विच कांग्रेस कोले 31 राज सभा के मैंबर ने। इस करके जे इन्हां दा साडा साथ नहीं मिलता कांग्रेस का, तो फिर असी इस जिहड़ा विरोधी धिरां दा उपराला हो रहा असी इहदा साथ नहीं देवांगे। बिल्कुल ये गल क्लीयर करती। सब तो पहलां तां गल अरविंद केजरीवाल दी आ कि जदों तुसीं यूनिटी की गल करदे हो, विरोधी धिर दे नेतावां की गल करदे हो इकट्ठे होण दी, ते की शर्तां रखीआं जांदियां ने। जबकि ये मीटिंग इस करके हो रही सी कि सन 2024 दीआं चोणां लड़नियां किस तरह, कित्थे कित्थे किहड़ी पार्टी लड़ूगी, कित्थे किस पार्टी के जिहड़े कैंडीडेट्स ने मजबूत होणगे, कित्थे इन्हां ने भारतीय जनता पार्टी के खिलाफ इकट्ठे होकर एक कैंडीडेट खड़ा करना। पर लगदा ये सी जिस तरह के सारी विरोधी धिर दीआं पार्टियां हुण कह रही ने कि अरविंद केजरीवाल तां पहलां ही नहीं सी चाहुंदे कि ये जिहड़ी बैठक आ ये किसी तरह कामयाब होवे। तुहानूं मैं इत्थे भी दस दिंदा कि इस बैठक दे विच ना तां मायावती नूं इनवाइट किया गया सी, क्योंकि तुहानूं पता अजकल मायावती उत्तर प्रदेश के उन्होंने भी लगता कि वो कांग्रेस पार्टी के नाल खुल के सामने नहीं आ सकते, क्योंकि उन्हों दा जिहड़ा पिछोकड़ आ पिछले दिनों के विच इंडियन एक्सप्रैस की खबर आई आ कि उन्होंने भरा दे काफ़ी सारे फ्लैट्स ने, उन्होंने जान चलनी आ। सो इन्हां चीज़ों नूं लैके किते ना किते ये डरे हुए ने। उड़ीसा के नवीन पटनायक भी इन्हां दा साथ नहीं दिंदे, ये भी गल समझ आउंदी आ। के चंद्रशेखर राव तेलंगाना तो आउंदे ने, वो भी इस गठजोड़ का साथ इस करके नहीं दिंदे क्योंकि उन्हां दे स्टेट दे विच जिहड़ी विरोधी धिर दी पार्टी है जिहड़ी उन्हां दा खिलाफत करदी आ, विरोध करदी आ, वो कांग्रेस आ। ते इसे तरह YS जगनमोहन रेड्डी आंध्र प्रदेश के मुख मंत्री वो भी नहीं इन्हां दा साथ दिंदे। ये तो चलो सारा पता सी, पर अखिलेश यादव एक पासे होए, दूसरे पासे अरविंद केजरीवाल, तीसरे पासे ममता बनर्जी, इन्हां दी भूमिका नूं लैके भी सवाल खड़े होए सी। ममता बनर्जी ने जदों प्रेस कॉन्फ्रेंस हुंदी है जिसनूं ना तां अरविंद केजरीवाल अटेंड करते हैं ते ना ही भगवंत मान, बल्कि उस प्रेस कॉन्फ्रेंस चों भज्जे आउंदे ने। ते बाद दे विच ममता बनर्जी ने अपना स्टैंड बिल्कुल उत्थे स्पष्ट किया। वो कहंदे सानूं इस गठजोड़ की लोड़ आ। हुण गल आउंदी है कि अरविंद केजरीवाल दी ये मंग कि पहला ऑर्डीनेंस ते गल करो फिर असीं गल करांगे, क्योंकि ऑर्डीनेंस का जिहड़ा मुद्दा यही एक फैडरल मुद्दा, ये सब तो वड्डा मुद्दा। ते अरविंद केजरीवाल तो कोई पुछण वाला होवे कि कर्नाटक दे विच जिहड़ी कांग्रेस की नवीं सरकार आई आ, इसने 10 किलो अनाज देना सी। फूड कॉरपोरेशन ऑफ इंडिया FCI ने परमिशन भी देती सी, लेकिन एन 2 दिन बाद जो परमिशन देती FCI ने कि तुसी दे सकते हो मुफ्त अनाज, केंद्र सरकार ने वो परमिशन वो परवानगी वापस ले ली। कि ये फैडरल मुद्दा नहीं है स्टेट का कि स्टेट अपने तौर पर किसी भी इस तरह के डिसीजन नूं फैसले नूं चलन नहीं दिंदी। अगे आ जाओ,
ਹਿਮਾਚਲ ਪ੍ਰਦੇਸ਼ ਦਾ ਲਗਭਗ 4-4.5 ਕਰੋੜ ਜਿਹੜਾ ਰੁਪਈਆ ਉਹ ਕੇਂਦਰ ਸਰਕਾਰ ਕੋਲੇ ਫਸਿਆ ਹੋਇਆ, ਉਹ ਅੱਜ ਤੱਕ ਨਹੀਂ ਰਿਲੀਜ਼ ਹੋਇਆ। ਵੈਸੇ ਪੰਜਾਬ ਦਾ ਵੀ ਮੈਂ ਤੁਹਾਨੂੰ ਦੱਸਾਂ ਰੂਰਲ ਡਿਵੈਲਪਮੈਂਟ ਫੰਡ ਨੂੰ ਲੈ ਕੇ तमाम ਤਰ੍ਹਾਂ ਦੀਆਂ ਚੀਜ਼ਾਂ ਆ ਰਹੀਆਂ ਨੇ। ਇਸ ਤਰ੍ਹਾਂ ਨੈਸ਼ਨਲ ਹੈਲਥ ਮਿਸ਼ਨ ਨੂੰ ਵੀ ਲੈ ਕੇ ਉਹਨਾਂ ਦੇ ਵੀ ਪੈਸੇ ਰੁਕੇ ਹੋਏ ਆ। ਕੀ ਇਹ ਫੈਡਰਲ ਮੁੱਦੇ ਨਹੀਂ ਹੈ? ਇਹ ਵੀ ਵਿਚਾਰੇ ਜਾਣੇ ਚਾਹੀਦੇ ਆ। ਕੱਲਾ ਆਰਡੀਨੈਂਸ ਦਾ ਹੀ ਮੁੱਦਾ ਕਿਉਂ? ਅੱਗੇ ਆ ਜਾਓ, DMK ਦੇ ਮੰਤਰੀ ਤਮਿਲਨਾਡੂ ਦੇ ਵਿੱਚ ਉਹਨਾਂ ਨੂੰ CBI ਨੇ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਕੀ ਇਹ ਜਿਹੜਾ ਹੈ ਇਹ ਫੈਡਰਲ ਮੁੱਦਾ ਨਹੀਂ ਹੈ? ਫਿਰ ਤੁਸੀਂ ਦੇਖੋ ਜਿਹੜੇ ਹੇਮੰਤ ਸੋਰੇਨ ਨੇ ਝਾਰਖੰਡ ਮੁਕਤੀ ਮੋਰਚਾ ਦੇ ਇਹ ਲੀਡਰ ਨੇ ਤੇ ਇਹ ਝਾਰਖੰਡ ਦੇ ਮੁੱਖ ਮੰਤਰੀ ਨੇ। ਕਿਸ ਤਰ੍ਹਾਂ ਇਹਨਾਂ ਨੂੰ ਡਿਸਕੁਆਲੀਫਾਈ ਕਰਨ ਦੀਆਂ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਰਹੀਆਂ ਨੇ। ਕਿ ਇਹ ਫੈਡਰਲ ਮੁੱਦਾ ਨਹੀਂ ਹੈ? ਅੱਗੇ ਆ ਜਾਓ, ਜਿਸ ਤਰ੍ਹਾਂ ਤੁਹਾਡੇ ਮੰਤਰੀ ਦੀ ਮਮਤਾ ਬੈਨਰਜੀ ਦੇ ਭਰਾ ਤੇ ਅਭਿਸ਼ੇਕ ਬੈਨਰਜੀ ਜਾਂ ਉੱਥੇ ਉਹਨਾਂ ਦੇ ਹੋਰ ਮੰਤਰੀਆਂ ਤੇ ED ਜਿਹਨੂੰ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਕਹਿੰਦੇ ਆ ਜਾਂ CBI ਦੀ ਗਾਰਡ ਡਿੱਗ ਰਹੀ ਆ, ਕਿ ਇਹ ਫੈਡਰਲ ਮੁੱਦੇ ਨਹੀਂ ਆ? तमाम ਤਰ੍ਹਾਂ ਦੇ ਅੱਛਾ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਜਾਂਦੀ ਹੈ, ਕਿ ਇਹ ਸੰਵਿਧਾਨਿਕ ਮੁੱਦੇ ਨਹੀਂ ਆ? ਤੇ ਫਿਰ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਪੁੱਛਣਾ ਚਾਹੀਦਾ, ਮਨੀਪੁਰ ਪਿਛਲੇ 2 ਮਹੀਨਿਆਂ ਤੋਂ ਸੜ ਰਿਹਾ, ਬੁਰੀ ਤਰ੍ਹਾਂ ਉੱਥੇ ਹਿੰਸਾ ਹੋ ਰਹੀ ਹੈ, 120 ਤੋਂ ਵੱਧ ਬੰਦੇ ਮਾਰੇ ਗਏ ਨੇ, ਲਗਭਗ 3000 ਦੇ ਕਰੀਬ ਜ਼ਖਮੀ ਹੋ ਗਏ ਨੇ, 50,000 ਤੋਂ ਵੀ ਵੱਧ ਵਿਅਕਤੀ ਜਿਹੜੇ ਆ ਉੱਥੇ ਡਿਸਪਲੇਸ ਹੋ ਗਏ ਨੇ, ਬੇਘਰ ਹੋ ਗਏ ਨੇ। ਕਿ ਇਹ ਮੁੱਦੇ ਨਹੀਂ ਆ? ਤੁਹਾਡੇ ਲਈ ਜਿਹੜੇ ਰੈਸਲਰ ਆ, ਤੁਸੀਂ ਇੱਕ ਵਾਰੀ ਚਲੇ ਤਾਂ ਗਏ, ਰੈਸਲਰਸ ਦੇ ਕੋਈ ਮੁੱਦੇ ਨਹੀਂ ਆ? ਔਰਤਾਂ ਬੈਠੀਆਂ ਹੋਈਆਂ ਨੇ ਉੱਥੇ ਔਰ ਕਿੰਨੀ ਦੇਰ ਤੋਂ ਉੱਥੇ ਧਰਨੇ ਪ੍ਰਦਰਸ਼ਨ ਕਰ ਰਹੇ ਆ। ਔਰ ਤੁਸੀਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨੇ ਕੋਈ ਪਹਿਲੀ ਵਾਰੀ ਨਹੀਂ ਆ, ਤੁਸੀਂ ਦੇਖੋ ਜਦੋਂ ਸਿਟੀਜ਼ਨ ਅਮੈਂਡਮੈਂਟ ਐਕਟ ਨੂੰ ਲੈ ਕੇ ਸ਼ਾਹੀਨ ਬਾਗ ਦੇ ਵਿੱਚ ਔਰਤਾਂ ਨੇ ਧਰਨਾ ਪ੍ਰਦਰਸ਼ਨ ਕੀਤੇ ਸੀ, ਅਰਵਿੰਦ ਕੇਜਰੀਵਾਲ ਉੱਥੇ ਗਏ ਤੱਕ ਨਹੀਂ ਸੀ। ਫਿਰ ਤੁਸੀਂ ਦੇਖੋ NRC ਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ, ਇਸ ਮੁੱਦੇ ਤੇ ਵੀ ਜਾ ਕੇ ਭਾਜਪਾ ਦੇ ਨਾਲ ਖੜੇ ਹੋ ਜਾਂਦੇ ਨੇ। ਤੇ ਫਿਰ ਉਹਨਾਂ ਮੁੱਦਿਆਂ ਨੂੰ ਕੌਣ ਭੁੱਲ ਸਕਦਾ? ਜਦੋਂ 5 ਅਗਸਤ ਸਨ 2019 ਨੂੰ ਧਾਰਾ 370 ਜੰਮੂ ਕਸ਼ਮੀਰ ਦੇ ਵਿੱਚੋਂ ਖਤਮ ਕੀਤੀ ਗਈ ਸੀ, ਔਰ ਇਕੱਲੇ ਖਤਮ ਨਹੀਂ ਸੀ ਕੀਤੀ ਗਈ, ਉਸ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਡਾਊਨਗ੍ਰੇਡ ਕਰਕੇ ਉਹਨੂੰ UT ਦਾ ਦਰਜਾ ਦੇ ਦਿੱਤਾ ਗਿਆ ਸੀ, ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਉਦੋਂ ਵੀ ਜਾ ਕੇ ਅਰਵਿੰਦ ਕੇਜਰੀਵਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਹੋ ਗਏ ਸੀ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਇਸ ਮੀਟਿੰਗ ਦੇ ਵਿੱਚ ਜਿਹੜੀ ਇਹ ਸਾਰੀ ਵਿਰੋਧੀ ਧਿਰ ਦੇ ਨੇਤਾਵਾਂ ਦੀ ਹੋਈ ਆ, ਉਸ ਵਿੱਚ ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਦੋਨੇ ਹੀ ਸਾਬਕਾ ਮੁੱਖ ਮੰਤਰੀ ਜੰਮੂ ਕਸ਼ਮੀਰ ਦੇ, ਉਹਨਾਂ ਨੇ ਪੁੱਛਿਆ ਅਰਵਿੰਦ ਕੇਜਰੀਵਾਲ ਨੂੰ ਕਿ ਅਰਵਿੰਦ ਕੇਜਰੀਵਾਲ ਆਪਣਾ ਸਟੈਂਡ ਕਲੀਅਰ ਕਰਨ ਕਿ ਇਹਨਾਂ ਦਾ ਸਟੈਂਡ ਅੱਜ ਵੀ ਧਾਰਾ 370 ਤੇ ਕੀ ਆ, ਇਹ ਕੀ ਸੋਚਦੇ ਨੇ। ਜਵਾਬ ਹੀ ਨਹੀਂ ਦਿੱਤਾ। ਔਰ ਤੁਹਾਨੂੰ ਯਾਦ ਹੋਣਾ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਵੀ ਕੁਝ ਕਿਸਾਨ ਗਏ ਸੀ, ਅਰਵਿੰਦ ਕੇਜਰੀਵਾਲ ਨੂੰ ਮਿਲੇ ਸੀ ਤੇ ਇਹਨਾਂ ਨੂੰ ਪੁੱਛਿਆ ਸੀ ਕਿ ਆਪਣਾ ਸਟੈਂਡ ਕਲੀਅਰ ਕਰੋ। ਕੋਈ ਸਟੈਂਡ ਨਹੀਂ ਇਹਨਾਂ ਨੇ ਕਲੀਅਰ ਕੀਤਾ ਕਿ ਤੇ ਧਾਰਾ 370 ਤੇ ਇੱਕ ਪਾਸੇ ਤਾਂ ਤੁਸੀਂ ਜਦੋਂ ਮੰਗਦੇ ਸੀ ਪੂਰਨ ਦਰਜਾ, ਦਿੱਲੀ ਦਾ ਪੂਰਨ ਦਰਜਾ ਮੰਗਦੇ ਸੀ ਕਿ ਸਟੇਟਹੁੱਡ ਦਿਓ, ਉਹ ਵੀ ਤੁਸੀਂ ਭੁੱਲ ਗਏ। ਔਰ ਜਿੱਥੇ ਤੁਸੀਂ ਸਟੇਟ ਨੂੰ ਕਿਸੇ ਨੂੰ ਡਾਊਨਗ੍ਰੇਡ ਕਰਕੇ UT ਬਣਾਤਾ, ਉਹਦਾ ਤੁਸੀਂ ਸਾਥ ਦੇਣਾ ਸ਼ੁਰੂ ਕਰਤਾ। ਤੇ ਤੁਹਾਡੇ ਤੇ ਲੋਕ ਭਰੋਸਾ ਕਿਉਂ ਕਰਨ? ਇਹੀ ਕਾਰਨ ਹੈ, ਮੈਂ ਇਸੇ ਕਰਕੇ ਕਹਿ ਰਿਹਾ ਕਿ ਜਿੰਨੀ ਜਲਦੀ ਇਹ ਸਿਤਾਰਾ ਉੱਭਰਿਆ ਸੀ ਜਾਂ ਅਰਵਿੰਦ ਕੇਜਰੀਵਾਲ ਤੋਂ ਲੋਕਾਂ ਦੀਆਂ ਉਮੀਦਾਂ ਸੀ ਕਿ ਇਹ ਭਾਰਤ ਦੀ ਰਾਜਨੀਤੀ ਦੇ ਵਿੱਚ ਕੁਝ ਨਵੀਂ ਚੀਜ਼ ਲੈ ਕੇ ਆਊਗਾ ਜਾਂ ਲੋਕਾਂ ਦੇ ਨਾਲ ਖੜਾ ਹੋਊਗਾ, ਇਸ ਵਿਅਕਤੀ ਨੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਲੋਕਾਂ ਨੂੰ ਬਹੁਤ ਮਾਯੂਸ ਕੀਤਾ। ਔਰ ਇਹੀ ਕਾਰਨ ਹੈ ਕਿ ਹੁਣ ਬਹੁਤ ਜਲਦੀ ਇਹ ਲਗਾਤਾਰ ਅਰਵਿੰਦ ਕੇਜਰੀਵਾਲ ਐਕਸਪੋਜ਼ ਹੋ ਰਹੇ ਨੇ। ਔਰ ਤੁਹਾਨੂੰ ਮੈਂ ਇੱਥੇ ਇਹ ਵੀ ਦੱਸਦਾ ਕਿ ਇਕੱਲਾ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਤਾਂ ਇੱਥੋਂ ਤੱਕ ਸੋਚਣ ਲੱਗ ਪਈਆਂ ਕਿ ਜੇ ਅਰਵਿੰਦ ਕੇਜਰੀਵਾਲ ਇਸ ਨਵੇਂ ਗੱਠਜੋੜ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੇ ਵਿੱਚੋਂ ਬਾਹਰ ਵੀ ਰਹਿ ਜਾਣਗੇ ਤੇ ਤਾਂ ਵੀ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਹੁਣ ਵੀ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਪਾਰਟੀ ਕੋਲੇ ਕੇਵਲ ਇੱਕ ਲੋਕ ਸਭਾ ਦਾ ਮੈਂਬਰ ਆ, ਮੈਂਬਰ ਪਾਰਲੀਮੈਂਟ, ਉਹ ਵੀ ਜਲੰਧਰ ਦੀ ਜਿਹੜੀ ਜਿਮਨੀ ਚੋਣ ਹੋਈ ਸੀ ਤਾਂ ਲੋਕਾਂ ਨੇ ਜਿਤਾਤਾ ਕਿ ਚਲੋ ਸਨ 2024 ਤੱਕ ਕੋਈ ਕੰਮ ਹੀ ਕਰਾ ਲਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਆ। ਬਾਕੀ ਤਾਂ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਮਾਰਕਾ ਮਾਰਿਆ ਨਹੀਂ। ਬਾਕੀ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਆ, ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਸੋ ਇਸ ਕਰਕੇ ਇਹ ਜਿਹੜੀ ਡਿੱਗਦੀ ਹੋਈ ਸਾਖ ਆ, ਹੁਣ ਤੁਸੀਂ ਦੇਖੋ ਕਦੇ ਅਰਵਿੰਦ ਕੇਜਰੀਵਾਲ ਮਨੀਪੁਰ ਤੇ ਬੋਲੇ ਆ? ਮਨੀਪੁਰ ਦੇ ਵਿੱਚ ਇੰਨਾ ਵੱਡਾ ਘਟਨਾਵਾਂ ਹੋ ਗਈਆਂ ਨੇ ਪਰ ਅਰਵਿੰਦ ਕੇਜਰੀਵਾਲ ਉਸ ਤੇ ਕਦੇ ਨਹੀਂ ਬੋਲਦੇ, ਕਦੇ ਇਸ ਤੇ ਗਾਂਹ ਹੋ ਕੇ ਕੋਈ ਧਰਨੇ ਪ੍ਰਦਰਸ਼ਨ ਨਹੀਂ ਕਰਦੇ। ਸੋ ਇਹ ਕਹਿ ਦੇਣਾ
कि केवल साडा ऑर्ਡੀਨੈਂਸ ਦਾ ਮੁੱਦਾ ਸਭ ਤੋਂ ਅੱਗੇ ਆ। ਮੈਨੂੰ ਲੱਗਦਾ ਇਸੇ ਕਰਕੇ ਇਹ ਹੁਣ ਕਿਤੇ ਨਾ ਕਿਤੇ ਪਿੱਛੇ ਪੈਂਦੇ ਜਾ ਰਹੇ ਨੇ ਔਰ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚੋਂ ਵੀ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ। ਕਿਉਂਕਿ ਜਿਹੜੇ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਜਦੋਂ ਦੇਖਦੇ ਨੇ ਕਿ ਅਚਾਨਕ ਪਲਟੀ ਮਾਰ ਲੈਂਦੇ ਨੇ, ਇਹ ਉਹੀ ਅਰਵਿੰਦ ਕੇਜਰੀਵਾਲ ਆ। ਜਦੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਕੁੱਟਿਆ ਜਾ ਰਿਹਾ ਸੀ ਦਿੱਲੀ ਪੁਲਿਸ ਵੱਲੋਂ, ਇਹ ਮੌਕੇ ਤੱਕ ਨਹੀਂ ਪਹੁੰਚੇ, ਇਹ ਹਸਪਤਾਲ ਉਹਨਾਂ ਦਾ ਪਤਾ ਤੱਕ ਨਹੀਂ ਲੈਣ ਗਏ, ਇਹ ਉਹੀ ਅਰਵਿੰਦ ਕੇਜਰੀਵਾਲ ਆ। ਇਹ ਉਹੀ ਅਰਵਿੰਦ ਕੇਜਰੀਵਾਲ ਆ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ। ਖਾਸ ਤੌਰ ਤੇ ਜਦੋਂ ਕੋਵਿਡ-19 ਵਾਇਰਸ ਦੀ ਮੈਂ ਆਕਸੀਜਨ ਦੀ ਗੱਲ ਕਰ ਰਿਹਾ ਸੀ, ਉਸ ਟਾਈਮ ਇਹਨਾਂ ਤੇ ਇਲਜ਼ਾਮ ਲੱਗ ਰਹੇ ਸੀ ਕਿ ਇਹ ਤਾਂ ਆਪਣਾ ਘਰ ਬਣਾ ਰਹੇ ਸੀ। ਆ ਪਿਛਲੇ ਦਿਨਾਂ ਦੇ ਵਿੱਚ ਹੀ ਹਜੇ ਤੱਕ ਅਰਵਿੰਦ ਕੇਜਰੀਵਾਲ ਇਹ ਐਕਸਪਲੇਨ ਨਹੀਂ ਕਰ ਪਾਏ ਕਿ ਇਹਨਾਂ ਨੇ ਆਪਣੇ ਘਰ ਤੇ 52 ਕਰੋੜ ਰੁਪਈਆ ਕਿੱਥੋਂ ਲਾਤਾ ਔਰ ਕਿਉਂ ਲਾਤਾ। ਕਿਉਂ ਇਹਨਾਂ ਨੂੰ ਇਸ ਤਰ੍ਹਾਂ ਹੋ ਗਿਆ ਕਿ ਮੈਂ ਆਪਣਾ ਸ਼ੀਸ਼ ਮਹਿਲ ਬਣਾ ਲਾਂ। ਜਿਹੜਾ ਵਿਅਕਤੀ ਇਹ ਕਹਿੰਦਾ ਸੀ ਮੈਂ ਗੱਡੀਆਂ ਨਹੀਂ ਲੈਣੀਆਂ, ਹੁਣ ਲੈਂਡ ਕਰੂਜ਼ਰਸ ਲੈ ਰਿਹਾ, ਡਬਲ ਸਿਕਿਉਰਿਟੀਜ਼ ਲੈ ਰਿਹਾ। ਸੋ ਇਸ ਕਰਕੇ ਇਸ ਵਿਅਕਤੀ ਦਾ ਜਿਹੜਾ ਇਹ ਸੁਪਨੇ ਦੇਖ ਰਿਹਾ ਸੀ ਕਿ ਮੈਂ ਭਾਰਤ ਦਾ ਪ੍ਰਾਈਮ ਮਿਨਿਸਟਰ ਬਣੂੰਗਾ, ਮੈਨੂੰ ਲੱਗਦਾ ਉਹਨੂੰ ਮੁੜ ਤੋਂ ਵਿਚਾਰ ਕਰਨ ਦੀ ਲੋੜ ਆ ਕਿ ਉਸਨੇ ਆਪਣੀ ਰਾਜਨੀਤੀ, ਆਪਣੀ ਸਿਆਸਤ ਕਿੱਥੇ ਗਵਾ ਲਈ। ਇਸੇ ਕਰਕੇ ਲੋਕਾਂ ਦਾ ਅਰਵਿੰਦ ਕੇਜਰੀਵਾਲ ਜਾਂ ਉਸ ਦੀ ਪਾਰਟੀ ਦੇ ਵਿੱਚ ਲਗਾਤਾਰ ਭਰੋਸਾ ਡਿੱਗਦਾ ਜਾ ਰਿਹਾ। ਤੁਸੀਂ ਹਿਮਾਚਲ ਪ੍ਰਦੇਸ਼ 'ਚ ਦੇਖਿਆ ਹੋਣਾ, ਸਾਰੇ ਕੈਂਡੀਡੇਟਸ ਦੀਆਂ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਉਸ ਤੋਂ ਬਾਅਦ ਕਰਨਾਟਕ ਦੇ ਵਿੱਚ ਜਿੰਨੇ ਇਹਨਾਂ ਦੇ ਕੈਂਡੀਡੇਟਸ ਖੜੇ ਸੀ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ। ਤੇ ਉੱਥੇ ਜਾ ਕੇ ਵੀ ਜਦੋਂ ਗੁਜਰਾਤ 'ਚ ਜਾਂਦੇ ਨੇ, ਕੇਵਲ 5 ਇਹਨਾਂ ਦੇ MLA ਜਿੱਤਦੇ ਨੇ ਜਿੱਥੇ ਕਹਿੰਦੇ ਸੀ ਅਸੀਂ ਸਰਕਾਰ ਬਣਾਵਾਂਗੇ। ਸੋ ਤੁਸੀਂ ਇਸ ਤੋਂ ਬਿਹਤਰ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੀ ਰਾਜਨੀਤੀ ਜਾ ਕਿੱਥੇ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇੱਕ ਸਪੈਸ਼ਲ ਇਜਲਾਸ ਬੁਲਾਇਆ ਔਰ ਉਹ ਇਜਲਾਸ ਇਸ ਕਰਕੇ ਬੁਲਾਇਆ ਤਾਂ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ 20 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਗੁਰਦੁਆਰਾ ਐਕਟ ਦੇ ਅਧੀਨ ਇੱਕ ਅਮੈਂਡਮੈਂਟ ਪਾਸ ਹੋਈ ਹੈ, ਇੱਕ ਸੰਸ਼ੋਧਨ ਹੋਇਆ ਔਰ ਉਹ ਸੰਸ਼ੋਧਨ ਇਸ ਕਰਕੇ ਹੋਇਆ, ਉਹ 'ਚ ਧਾਰਾ 125 ਜੋੜੀ ਗਈ ਆ ਤਾਂ ਕਿ ਲੋਕਾਂ ਨੂੰ ਨਿਰਵਿਘਨ ਬਗੈਰ ਕਿਸੇ ਰੋਕ ਟੋਕ ਤੇ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਆ ਉਹ ਸਾਰੇ ਚੈਨਲ ਜਿਹੜਾ ਉਹ ਕਰ ਸਕਣ, ਉਹਦਾ ਵਪਾਰੀਕਰਨ ਨਾ ਹੋਵੇ, ਉਹਦੀ ਕਮਰਸ਼ਲਾਈਜੇਸ਼ਨ ਨਾ ਹੋਵੇ ਤੇ ਈਵਨ ਕਿ ਇਹ ਜਿਹੜਾ ਰੇਡੀਓ ਰਾਹੀਂ ਵੀ ਸੁਣਿਆ ਜਾ ਸਕੇ, ਡਿਜੀਟਲ ਮਾਧਿਅਮ ਰਾਹੀਂ ਵੀ ਸੁਣਿਆ ਜਾ ਸਕੇ। ਜਿਸ ਵੀ ਵਿਅਕਤੀ ਕੋਲੇ ਜੋ ਵੀ ਉਪਕਰਨ ਆ, ਜੋ ਵੀ ਉਹਦੇ ਕੋਲੇ ਮਾਧਿਅਮ ਆ, ਉਸ ਰਾਹੀਂ ਉਹ ਇਸ ਗੁਰਬਾਣੀ ਦਾ ਜਿਹੜਾ ਉਹ ਪ੍ਰਸਾਰਣ ਸੁਣ ਸਕੇ। ਇਹ ਇੱਕ ਮਨਸ਼ਾ ਸੀ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦਾ ਸਿੱਖ ਗੁਰਦੁਆਰਾ ਸੋਧ ਬਿੱਲ 2023 ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਤੇ ਆਜ਼ਾਦ ਹਸਤੀ ਦੇ ਸਿੱਧਾ ਹਮਲਾ ਹੈ, ਕਿਉਂਕਿ ਪੰਜਾਬ ਸਰਕਾਰ ਨੂੰ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਮਾਮਲੇ ਵਿੱਚ ਆਪ ਹੁਦਰਾ ਤੇ ਗੈਰ ਸੰਵਿਧਾਨਕ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਦਖਲ ਆਪਣੇ ਆਕਾ ਦਿੱਲੀ ਦੇ ਬਾਬੂ ਤੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਨੂੰ ਲਾਗੂ ਕਰਨ ਅਤੇ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਥਿਆਉਣ ਦੇ ਮੰਤਵ ਨਾਲ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਅੱਜ ਦਾ ਇਜਲਾਸ ਸਰਕਾਰ ਦੀ ਇਸ ਹਰਕਤ ਨੂੰ ਸਿੱਖ ਵਿਰੋਧੀ ਕਰਾਰ ਦਿੰਦਾ ਹੈ ਅਤੇ ਇਸ ਦਾ ਹਰ ਪੱਧਰ ਤੇ ਵਿਰੋਧ ਜਾਰੀ ਰੱਖੇਗਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਇਹਨਾਂ ਦੇ ਭਾਈਵਾਲ ਆ, ਉਹ ਕਹਿੰਦੇ ਜੀ ਇਹ ਤਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਆ। ਇਹ ਉਹਨਾਂ ਦੀ ਕਹਿਣਾ ਹੈਗਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰ ਕਿਸ ਤਰ੍ਹਾਂ ਦਖਲ ਅੰਦਾਜ਼ੀ ਕਰ ਸਕਦੀ ਆ। ਗੱਲ ਤੁਹਾਡੀ ਠੀਕ ਆ, ਪਰ ਇੱਥੇ ਤੁਸੀਂ ਦੇਖੋ, ਮੈਨੂੰ ਲੱਗਦਾ ਇਸ ਮਾਮਲੇ ਨੂੰ ਥੋੜ੍ਹਾ ਜਿਹਾ ਵਿਚਾਰਨ ਦੀ ਲੋੜ ਆ। ਇਹਦਾ ਇੱਕ ਮਾਮਲਾ ਤਾਂ ਹੈ, ਇੱਕ ਪਾਸੇ ਉਹ ਇਹ ਵੀ ਕਹਿੰਦੇ ਆ ਕਿ 1925 ਦਾ ਜਿਹੜਾ ਗੁਰਦੁਆਰਾ ਐਕਟ ਆ, ਇਸ ਵਿੱਚ ਸੰਸ਼ੋਧਨ ਕਰਨਾ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਅਮੈਂਡਮੈਂਟ ਕਰਨੀ, ਇਹ ਜਿਹੜਾ ਹੈ ਇੱਕ ਤਰ੍ਹਾਂ ਦਾ ਅਖਤਿਆਰ ਆ ਜਾਂ ਜ਼ਿੰਮੇਵਾਰੀ ਆ ਜਾਂ ਅਧਿਕਾਰ ਆਪਾਂ ਕਵਾਂਗੇ, ਬਲਕਿ ਇਹ ਅਧਿਕਾਰ ਪੰਜਾਬ ਸਰਕਾਰ ਕੋਲੇ ਹੈ ਹੀ ਨਹੀਂ ਜਾਂ ਪੰਜਾਬ ਦੀ ਸਟੇਟ ਅਸੈਂਬਲੀ ਕੋਲੇ ਨਹੀਂ ਆ, ਕਿਉਂਕਿ ਇਹ ਕੇਂਦਰ ਦਾ ਐਕਟ ਹੈ, ਇਹ ਤਾਂ ਕੇਂਦਰ ਹੀ ਦੱਸ ਸਕਦਾ। ਪਰ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਕਿ ਹਰਿਆਣੇ ਦੇ ਵਿੱਚ ਵੀ ਸਨ 2014 ਦੇ ਵਿੱਚ ਇਸੇ ਤਰ੍ਹਾਂ ਦੇ ਇੱਕ ਬਿੱਲ ਲੈ ਕੇ ਆਂਦਾ ਗਿਆ ਸੀ ਤਾਂ ਕਿ ਹਰਿਆਣੇ ਦੀ ਆਪਣੀ ਇੱਕ ਵੱਖਰੀ ਕਮੇਟੀ ਬਣ ਸਕੇ। ਉੱਥੋਂ ਦੇ ਗੁਰਦੁਆਰਿਆਂ ਨੂੰ, ਉੱਥੇ ਦੇ ਧਾਰਮਿਕ ਸਥਾਨਾਂ ਨੂੰ ਜਿਹੜੇ ਸਿੱਖਾਂ ਦੇ ਨਾਲ ਸਿੱਧਾ ਸੰਬੰਧ ਰੱਖਦੇ ਨੇ, ਚਾਹੇ ਉਹ ਐਜੂਕੇਸ਼ਨਲ ਇੰਸਟੀਚਿਊਟਸ ਹੋਣ ਜਾਂ ਬਾਕੀ ਹੋਣ, ਉਹਨਾਂ ਦੀ ਦੇਖ ਰੇਖ ਲਈ ਇੱਕ ਵੱਖਰੀ ਕਮੇਟੀ ਬਣੇ। ਉਸ 'ਤੇ ਵੀ SGPC ਨੇ ਖੈਰ ਰੌਲਾ ਪਾਇਆ ਸੀ। ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ ਗਈ ਸੀ, ਪਰ ਸੁਪਰੀਮ ਕੋਰਟ ਨੇ ਇਹਨਾਂ ਦੀ
ਇੱਕ ਤਰ੍ਹਾਂ ਦੀ ਯਾਚਕਾ ਨੂੰ ਜਾਂ ਐਪਲੀਕੇਸ਼ਨ ਨੂੰ ਖਾਰਜ ਕਰਤਾ ਸੀ ਔਰ ਹਰਿਆਣਾ ਅਸੈਂਬਲੀ ਦਾ ਜੋ ਕਾਨੂੰਨ ਪਾਸ ਕੀਤਾ ਹੋਇਆ ਸੀ ਉਸ ਨੂੰ ਅਪਹੋਲਡ ਕੀਤਾ, ਯਾਨੀ ਕਿ ਉਸ ਦੇ ਉੱਤੇ ਮੋਹਰ ਲਾਈ। ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਲ ਕਰ ਰਹੀ ਆ, ਉਹ ਇਹ ਗੱਲ ਕਹਿ ਰਹੀ ਆ ਕਿ ਦੇਖੋ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਆ। ਕੀ ਇਸ ਐਕਟ ਦੇ ਸੰਸ਼ੋਧਨ ਨਾਲ ਕੀ ਬੇਸਿਕ ਸਟਰਕਚਰ ਕੋਈ ਬਦਲ ਦੇਣਾ, ਇਹਦੇ ਮੈਂਬਰ ਕਿਸ ਤਰ੍ਹਾਂ ਚੁਣੇ ਜਾਣਗੇ, ਇਹ ਆਪਣਾ ਗੁਰਦੁਆਰਿਆਂ ਦੀ ਜਿਹੜੀ ਸਾਂਭ ਸੰਭਾਲ ਆ ਉਹ ਕਿਸ ਤਰ੍ਹਾਂ ਕਰੇਗੀ, ਬੇਸਿਕ ਸਟਰਕਚਰ ਦੇ ਵਿੱਚ ਤਾਂ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਹੀ ਨਹੀਂ ਹੈ, ਨਾ ਕਿਸੇ ਤਰ੍ਹਾਂ ਦਾ ਕੋਈ ਸੰਸ਼ੋਧਨ ਆ। ਸੰਸ਼ੋਧਨ ਇਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਰਫ ਗੁਰਬਾਣੀ ਦੇ ਪ੍ਰਸਾਰਣ ਦੇ ਲਈ। ਸਭ ਤੋਂ ਵੱਡਾ ਸਵਾਲ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਇਹ ਹੈ ਕਿ ਇੱਕ ਪਰਿਵਾਰ ਦੇ ਪ੍ਰਾਈਵੇਟ ਚੈਨਲ ਦੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਜਿਹਦੇ ਆਧਾਰ ਤੇ ਉਹ ਪਿਛਲੇ ਕਈ ਸਾਲਾਂ ਤੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਇੱਕ ਮੋਨੋਪੋਲੀ ਬਣੀ ਹੋਈ ਸੀ, ਜਿਹਦੇ ਆਧਾਰ ਤੇ ਉਹ ਨਾ ਸਿਰਫ ਟੀਆਰਪੀ ਬਲਕਿ ਐਡਵਰਟਾਈਜ਼ਮੈਂਟ ਔਰ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਆਧਾਰ ਤੇ ਅੱਗੇ ਵਧਾ ਰਿਹਾ ਸੀ, ਉਹਨੂੰ ਖਤਮ ਕਰਨਾ ਤੇ ਫ੍ਰੀ ਟੂ 에ਅਰ ਕਰਨਾ ਤੇ ਸਾਰਿਆਂ ਨੂੰ ਅਧਿਕਾਰ ਦੇਣੇ ਤੇ ਮਰਿਆਦਾ ਦੇ ਹਿਸਾਬ ਨਾਲ ਦੇਣੇ, ਇਹ ਪੰਥ ਤੇ ਹਮਲਾ ਕਿਤਰਾ ਹੋ ਗਿਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਇਹ ਦੱਸੇ ਕਿ ਕਿਉਂ ਇਹ ਚਾਹੁੰਦੇ ਨੇ ਕਿ ਜਿਹੜਾ ਇਹ ਕੰਟਰੈਕਟ ਆ ਜਾਂ ਜਿਹੜਾ ਇਹਦਾ ਪ੍ਰਸਾਰਣ ਆ ਉਹ ਇੱਕ ਪਰਿਵਾਰ ਦੇ ਹੱਥ ਵਿੱਚ ਰਵੇ ਜਾਂ ਇੱਕ ਨਿੱਜੀ ਚੈਨਲ ਦੇ ਹੱਥ ਦੇ ਵਿੱਚ ਰਵੇ। ਇਹ ਗੱਲ ਕਿਉਂ ਚਾਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ? ਹੁਣ ਤੁਸੀਂ ਦੇਖੋ 14 ਜੁਲਾਈ ਨੂੰ ਇਹਦਾ ਕੰਟਰੈਕਟ ਖਤਮ ਹੋ ਜਾਣਾ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਪਰ ਇਸ ਤੋਂ ਪਹਿਲਾਂ ਜੇ ਸਾਰਿਆਂ ਨੂੰ ਇਹ ਅਖਤਿਆਰ ਹੋ ਜੇ, ਸਾਰੇ ਮੀਡੀਆ ਚੈਨਲਸ ਨੂੰ ਜਾਂ ਸਾਰੇ ਰੇਡੀਓ ਨੂੰ, ਡਿਜੀਟਲ ਮੀਡੀਆ ਨੂੰ, ਤੇ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਕਸਾਨ ਕੀ ਆ? ਤੁਸੀਂ ਇਹ ਵੀ ਯਾਦ ਕਰੋ, ਗਿਆਨੀ ਹਰਪ੍ਰੀਤ ਸਿੰਘ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਤਾਂ ਬਲਕਿ ਇੱਕ ਤਰ੍ਹਾਂ ਦੀ ਤਾਕੀਦ ਕੀਤੀ ਸੀ ਐਸਜੀਪੀਸੀ ਨੂੰ ਕਿ ਤੁਸੀਂ ਆਪਣਾ ਨਵਾਂ YouTube ਚੈਨਲ ਬਣਾਓ, ਭਲੇ ਇਹਨਾਂ ਨੇ ਕਿਸੇ ਦੀ ਸੁਣੀ? ਇਸੇ ਕਰਕੇ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੂੰ ਤਾਂ ਬਲਕਿ ਇੱਕ ਆਪਣੀ ਟਿੱਪਣੀ ਜਾਰੀ ਕਰਨੀ ਪਈ ਹੈ, ਇੱਕ ਬਿਆਨ ਜਾਰੀ ਕਰਨਾ ਪਿਆ। ਉਹ ਕਹਿੰਦੇ ਜਿਹੜਾ ਐਸਜੀਪੀਸੀ ਦਾ ਇਹ ਇਜਲਾਸ ਬੁਲਾਇਆ ਹੋਇਆ ਇਹ ਬਿਲਕੁਲ ਬੇਮਾਨੀ ਆ, ਕਿਉਂਕਿ ਇਹਦੀ ਜਿਹੜੀ ਸਾਰੀ ਰੂਪ ਰੇਖਾ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਤੈਅ ਕਰਕੇ ਭੇਜੀ ਆ। ਇਹ ਐਸਜੀਪੀਸੀ ਇੱਕ ਤਰ੍ਹਾਂ ਦਾ ਉਹੀ ਕਰੂਗੀ ਜੋ ਸ਼੍ਰੋਮਣੀ ਅਕਾਲੀ ਦਲ ਕਰੂਗੀ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਚੰਗਲ ਚੋਂ, ਉਹਨਾਂ ਦੀ ਗ੍ਰਿਫਤ ਚੋਂ, ਉਹਨਾਂ ਦੇ ਜਿਸ ਤਰ੍ਹਾਂ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਕਬਜ਼ੇ ਚੋਂ ਨਿਕਲ ਤੇ ਆਪਣੇ ਆਪ ਨੂੰ ਇੰਡੀਪੈਂਡੈਂਟ ਬਾਡੀ ਮੰਨਣ, ਉਸ ਤਰ੍ਹਾਂ ਇਹ ਕੰਮ ਕਰਨ। ਕਹਿੰਦੇ ਦੇਖੋ ਹੁਣ ਸਿਕੰਦਰ ਸਿੰਘ ਮਲੂਕਾ ਹੋਣ ਸ਼੍ਰੋਮਣੀ ਅਕਾਲੀ ਦਲ ਦੇ, ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ, ਤੇ ਚਾਹੇ ਬਲਵਿੰਦਰ ਸਿੰਘ ਭੂੰਦੜ ਹੋਣ, ਤੇ ਚਾਹੇ ਡਾਕਟਰ ਦਲਜੀਤ ਸਿੰਘ ਚੀਮਾ ਹੋਣ, ਤੇ ਚਾਹੇ ਹੀਰਾ ਸਿੰਘ ਗਾਬੜੀਆ, ਇਹਨਾਂ ਨੇ ਜੋ ਕਹਿ ਦੇਣਾ ਐਸਜੀਪੀਸੀ ਨੇ ਜਾਂ ਹਰਜਿੰਦਰ ਸਿੰਘ ਧਾਮੀ ਨੇ ਤਾਂ ਉਹੀ ਕਰਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਵਧੀਆ ਇੱਕ ਜੇਰਾ ਸੀ। ਉਹਨੇ ਕਿਹਾ ਵੀ ਜਦੋਂ ਵੀ ਕਿਤੇ ਅਮੈਂਡਮੈਂਟ ਹੋਣੀ ਆ, ਫਾਸਟ ਬਾਈ 2/3 ਮੈਜੋਰਟੀ ਜਿਹੜੀ ਉੱਥੇ ਐਸਜੀਪੀਸੀ ਦੀ ਆ, 2/3 ਮੈਜੋਰਟੀ ਪਹਿਲਾਂ ਉਹਨੂੰ ਪਾਸ ਕਰਕੇ ਕੰਸੈਂਟ ਦੇਵੇ ਵੀ ਆਹ ਚੀਜ਼ ਲਾਗੂ ਹੋਣੀ ਚਾਹੀਦੀ ਆ, ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਉਹ ਜਾਊਗੀ। ਤਾਂ ਮੈਂ ਤਾਂ ਉਹਨਾਂ ਦੀ ਸੋਚ ਦੀ ਦਾਤ ਦਿੰਦਾ ਵੀ ਉਹਨੇ ਕਿੰਨਾ ਵੱਡਾ ਇਹ ਕਾਰਜ ਸਾਡੇ ਲਈ ਕੌਮ ਲਈ ਕਰ ਦਿੱਤਾ, ਵੀ ਤਾਂ ਕਿ ਕੱਲ੍ਹ ਨੂੰ ਕੋਈ ਸਰਕਾਰ ਆ, ਹੁਣ ਅੱਜ ਵੀ ਮੇਰਾ ਸਵਾਲ ਇਹੋ ਹੀ ਆ ਵੀ ਜਿੱਦਾਂ ਇੱਕ ਲਾਈਨ ਦੇ ਨਾਲ ਕੱਲ੍ਹ ਨੂੰ ਹੋਰ ਸਰਕਾਰ ਆਊਗੀ, ਫਿਰ ਹੋਰ ਲਾਈਨ ਐਡ ਕਰ ਦੋਗੀ, ਤੀਜੀ ਆਊਗੀ ਹੋਰ ਲਾਈਨ ਐਡ ਕਰ ਦੋਗੀ। ਆਪਣੀ ਇੰਡੀਪੈਂਡੈਂਟ ਸੋਚ ਹੀ ਨਹੀਂ ਹੈ। ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਚੋਂ ਤਾਂ ਐਸਜੀਪੀਸੀ ਨੂੰ ਕੱਢ ਲਓ। ਘੱਟੋ ਘੱਟ ਜਿਹੜਾ ਪ੍ਰਸਾਰਣ ਹੈ ਗੁਰਬਾਣੀ ਦਾ ਉਹ ਤਾਂ ਸਾਰਿਆਂ ਤੱਕ ਲੈ ਜਾਓ। ਉਹਦੇ ਵਿੱਚ ਤੁਹਾਨੂੰ ਕੀ ਕਮਜ਼ੋਰੀ ਆ ਜਾਂ ਤੁਹਾਡੀ ਕੀ ਇਸ ਤਰ੍ਹਾਂ ਦੀ ਮਜਬੂਰੀ ਆ, ਘੱਟੋ ਘੱਟ ਇਹ ਲੋਕਾਂ ਨੂੰ ਦੱਸੋ। ਦੇਖੋ ਐਸਜੀਪੀਸੀ ਦੀ ਗੱਲ ਦੇਖੋ, ਜੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਫਿਰ ਤਾਂ ਇਹਨਾਂ ਨੂੰ ਲੱਗਦਾ ਕਿ ਸਾਡੇ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਆ। ਜੇ ਇੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ, ਉਹ ਚਾਹੇ ਕੁਝ ਵੀ ਕਰ ਲੈਂਦੀ, ਉਦੋਂ ਇਹਨਾਂ ਨੂੰ ਦਖਲ ਅੰਦਾਜ਼ੀ ਨਹੀਂ ਲੱਗਦੀ। 1999 ਦੇ ਵਿੱਚ ਭਾਈ ਰਣਜੀਤ ਸਿੰਘ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ, ਤੇ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਤੁਸੀਂ ਯਾਦ ਕਰੋ ਮੁੱਖ ਮੰਤਰੀ ਸੀ, ਤੇ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ। ਔਰ ਉਸ ਟਾਈਮ ਕਿਉਂਕਿ 300 ਸਾਲਾ ਖਾਲਸਾ ਪੰਥ ਦਾ ਮਨਾਇਆ ਜਾ ਰਿਹਾ ਸੀ, ਸਿਰਜਣਾ ਦਿਵਸ ਮਨਾਇਆ ਜਾ ਰਿਹਾ ਸੀ,
ਉਸ ਦਿਨ 1699 ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਖਾਲਸਾ ਪੰਥ ਸਾਜਿਆ ਗਿਆ ਸੀ। ਉਸ ਦਾ 300 ਸਾਲਾ ਮਨਾਇਆ ਜਾ ਰਿਹਾ ਸੀ ਤੇ ਅਟਲ ਬਿਹਾਰੀ ਵਾਜਪਾਈ ਉਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਸੀ। ਉਹਨਾਂ ਨੇ 100 ਕਰੋੜ ਰੁਪਇਆ ਇਸ ਖੁਸ਼ੀ ਦੇ ਵਿੱਚ ਰਿਲੀਜ਼ ਕੀਤਾ ਪੰਜਾਬ ਸਰਕਾਰ ਨੂੰ, SGPC ਨੂੰ ਬਲਕਿ ਕੀਤਾ। ਕਹਿੰਦੇ ਕਿ ਤੁਸੀਂ ਇਹ ਪੈਸਾ ਖਰਚੋ ਤਾਂ ਕਿ ਜਿਹੜੇ ਤੁਸੀਂ ਇਸ ਮੌਕੇ ਤੇ ਖੁਸ਼ੀਆਂ ਮਨਾਉਣੀਆਂ, ਸੈਲੀਬ੍ਰੇਸ਼ਨਸ ਕਰਨੀਆਂ, ਉਹਦੇ ਲਈ ਤੁਸੀਂ ਇਹ ਪੈਸਾ ਵਰਤ ਸਕੋ। ਔਰ ਮੈਨੂੰ ਯਾਦ ਆ ਗੁਰਚਰਨ ਸਿੰਘ ਟੌੜਾ ਨੇ ਇਹ ਉਦੋਂ ਗੱਲ ਕਹੀ ਸੀ ਕਿ ਇਹ ਜਿਹੜਾ ਪੈਸਾ, ਇਹਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਇਹ ਸਿਰਫ ਤੇ ਸਿਰਫ SGPC ਹੀ ਇਹ ਪੈਸਾ ਜਿਹੜਾ ਉਹ ਵਰਤੇ। ਇਹੀ ਗੱਲ ਬਲਕਿ ਭਾਈ ਰਣਜੀਤ ਸਿੰਘ ਨੇ ਕਹੀ ਸੀ, ਉਹ ਉਸ ਟਾਈਮ ਜਥੇਦਾਰ ਸੀ। ਤੇ ਬਾਅਦ ਦੇ ਵਿੱਚ ਜੋ ਕੁਝ ਹੋਇਆ, ਕਿਉਂਕਿ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਕਹਿੰਦੇ, ਕਿਉਂਕਿ ਉਹਨਾਂ ਨੂੰ ਬੜਾ ਅਜੀਬ ਲੱਗਿਆ ਕਿ ਜੇ ਸਰਕਾਰ ਹੀ ਬਾਹਰ ਰਹਿ ਜੂਗੀ ਤੇ ਸਾਨੂੰ ਕੌਣ ਪੁੱਛੂਗਾ, ਇੰਨਾ ਵੱਡਾ ਓਕੇਜਨ ਹੋਵੇ ਔਰ ਅਸੀਂ ਬਿਲਕੁਲ ਬਾਹਰ ਬੈਠੇ ਰਹੀਏ। ਤੇ ਉਸ ਟਾਈਮ ਤੁਹਾਨੂੰ ਯਾਦ ਹੋਣਾ ਆਪਸ ਦੇ ਵਿੱਚ ਕਿੰਨਾ ਵੱਡਾ ਰੌਲਾ ਪੈ ਗਿਆ ਸੀ ਤੇ ਬਾਅਦ ਦੇ ਵਿੱਚ ਰਣਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਨੂੰ ਹੀ ਆਪਣਾ ਅਹੁਦਾ ਛੱਡਣਾ ਪਿਆ ਸੀ। ਤੇ ਜਦੋਂ ਭਾਈ ਪੂਰਨ ਸਿੰਘ ਨੂੰ ਜਥੇਦਾਰ ਲਾਤਾ ਸੀ, ਖੈਰ ਪੂਰਨ ਸਿੰਘ ਨੂੰ ਵੀ, ਭਾਈ ਪੂਰਨ ਸਿੰਘ ਨੂੰ ਲਗਭਗ 13 ਮਹੀਨਿਆਂ ਬਾਅਦ ਉਹਨਾਂ ਨੂੰ ਵੀ ਵੱਖਰੇ ਕਰਤਾ ਸੀ, ਕਿਉਂਕਿ ਉਹਨਾਂ ਨੇ ਬੀਬੀ ਜਗੀਰ ਕੌਰ ਦਾ ਉਸ ਟਾਈਮ ਵਿਰੋਧ ਕੀਤਾ ਸੀ। ਸੋ ਕਹਿਣ ਦਾ ਮਤਲਬ ਆ, ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਕਾਬਜ਼ ਆ ਤੇ ਫਿਰ ਉਹ ਜੋ ਮਰਜ਼ੀ ਕਰੇ। ਤੇ ਜੇ ਕੋਈ ਬਾਕੀ ਸਰਕਾਰ ਇਹ ਕੋਈ ਚੰਗੀ ਗੱਲ ਕਰੇ ਕਿ ਅਸੀਂ ਗੁਰਬਾਣੀ ਦਾ ਪ੍ਰਸਾਰਨ ਸਾਰਿਆਂ ਪਾਸੇ ਲੈ ਕੇ ਜਾਣਾ, ਤੇ ਫਿਰ ਉਹ ਨਾ ਤਾਂ SGPC ਨੂੰ ਮਨਜ਼ੂਰ ਆ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਤ ਆਏ ਨੇ 5 ਦਿਨਾਂ ਦੀ ਆਪਣੀ ਯਾਤਰਾ ਤੋਂ। ਅਮਰੀਕਾ ਸੀ, ਉਸ ਤੋਂ ਬਾਅਦ ਉਹ ਈਜਿਪਟ ਚਲੇ ਗਏ, ਕਾਇਰੋ ਗਏ। ਪਰ ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਬਹੁਤ ਹੋਇਆ, ਜਿਹੜਾ ਕਿ ਇੱਥੋਂ ਦੇ ਚੈਨਲ, ਜਿਨ੍ਹਾਂ ਨੂੰ ਅਕਸਰ ਇਹ ਵੀ ਕਹਿ ਦਿੰਦੇ ਆ ਕਿ ਇਹ ਗੋਦੀ ਮੀਡੀਆ, ਔਰ ਖ਼ਾਸ ਤੌਰ ਤੇ ਕਿਸ ਤਰ੍ਹਾਂ ਉਹ ਝੁਕੇ ਹੋਏ ਨੇ, ਕਿਸ ਤਰ੍ਹਾਂ ਉਹ ਲਗਾਤਾਰ ਇਸ ਤਰ੍ਹਾਂ ਦੀ ਕੋਸ਼ਿਸ਼ 'ਚ ਰਹਿੰਦੇ ਨੇ ਕਿ ਅਸੀਂ ਕਿਤੇ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵ ਖਬਰ ਨਾ ਦਿਖਾ ਦਈਏ। ਖੈਰ, ਅਸੀਂ ਉਸ ਪਾਸੇ ਨਹੀਂ ਜਾਂਦੇ। ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਇਹ ਫੇਰੀ ਕਿੰਨੀ ਕੁ ਕਾਮਯਾਬ ਰਹੀ। ਦੇਖੋ, ਇੱਕ ਗੱਲ ਤਾਂ ਜ਼ਰੂਰ ਆ ਕਿ ਸਟੇਟ ਗੈਸਟ ਵਜੋਂ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਸੀ, ਬੜਾ ਉਹਨਾਂ ਨੂੰ ਮਾਨ ਸਨਮਾਨ ਮਿਲਿਆ। ਪਰ ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਰੋਧ ਬਹੁਤ ਹੋਏ। ਇੱਕ ਤਾਂ ਜਿਹੜੀ BBC ਦੀ ਡਾਕੂਮੈਂਟਰੀ ਸੀ, ਭਾਰਤ ਦੇ ਵਿੱਚ ਬੈਨ ਕੀਤੀ ਗਈ ਸੀ, ਉਹ ਵੀ ਉੱਥੇ ਦਿਖਾਈ ਗਈ। ਤੁਹਾਨੂੰ ਯਾਦ ਹੋਣਾ ਜਦੋਂ ਆਸਟ੍ਰੇਲੀਆ ਗਏ ਸੀ, ਉਦੋਂ ਵੀ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹੀ BBC ਦੀ ਡਾਕੂਮੈਂਟਰੀ ਜਿਹੜੀ ਗੁਜਰਾਤ ਦੇ ਦੰਗਿਆਂ ਨੂੰ ਲੈ ਕੇ ਆ, ਔਰ ਜਿਸ ਵਿੱਚ ਇਹ ਗੱਲ ਕਹੀ ਗਈ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਦੇ ਵਿੱਚ ਸਿੱਧੀ ਜ਼ਿੰਮੇਵਾਰੀ ਆ, ਸਿੱਧਾ ਰੋਲ ਆ। ਇਹ ਗੱਲ ਉਹ ਡਾਕੂਮੈਂਟਰੀ ਕਹਿੰਦੀ ਹੈ। ਬਾਅਦ ਦੇ ਵਿੱਚ ਖੈਰ ਇਹ ਆਪਣੀ ਸਫਾਈ ਵੀ ਦਿੰਦੇ ਆ ਕਿ ਇਹ ਇੱਕ ਪ੍ਰੋਪੋਗੈਂਡਾ, ਉਸ ਨੂੰ ਬਾਰ-ਬਾਰ ਜਿੱਥੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਜਾਂਦੇ ਨੇ, ਨਰਿੰਦਰ ਮੋਦੀ ਜਾਂਦੇ ਆ, ਉੱਥੇ ਦਿਖਾਈ ਜਾ ਰਹੀ ਹੈ। ਇੱਕ ਗੱਲ। ਦੂਸਰੀ ਗੱਲ, ਤੁਸੀਂ ਇਹ ਵੀ ਦੇਖਿਆ ਹੋਣਾ ਕਿ ਲਗਾਤਾਰ ਉੱਥੇ ਵਿਰੋਧ ਪ੍ਰਦਰਸ਼ਨ ਹੋਏ। ਉੱਥੇ ਜਿਹੜੀ ਮਨੀਪੁਰ ਮੂਲ ਦੀਆਂ ਕੁਝ ਔਰਤਾਂ ਨੇ, ਤਖਤੀਆਂ ਲੈ ਕੇ, ਬੈਨਰਸ ਲੈ ਕੇ ਵਿਰੋਧ ਕੀਤਾ ਕਿ ਹਜੇ ਤੱਕ ਭਾਰਤੀ ਜਨਤਾ ਪਾਰਟੀ ਨੇ ਇਸ ਉੱਤੇ ਕੁਝ ਕਿਉਂ ਨਹੀਂ ਕੀਤਾ, ਸਰਕਾਰ ਨੇ ਕੁਝ ਕਿਉਂ ਨਹੀਂ ਕੀਤਾ। ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਤੱਕ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਆਈ ਮਨੀਪੁਰ ਨੂੰ ਲੈ ਕੇ, ਜਿੱਥੇ 2 ਮਹੀਨੇ ਲਗਭਗ ਹੋ ਗਏ ਨੇ ਵਾਇਲੈਂਸ ਹੋਈ ਨੂੰ। ਉਸ ਬਾਰੇ ਮੈਂ ਤੁਹਾਨੂੰ ਦੱਸਿਆ ਹੀ ਆ। ਤੀਸਰੀ ਗੱਲ, ਜਿਹੜੇ ਨਿਊਯਾਰਕ ਦੇ ਵਿੱਚ ਜਾਂ ਵਾਸ਼ਿੰਗਟਨ ਦੇ ਵਿੱਚ ਟਰੱਕ ਫਿਰ ਰਹੇ ਸੀ, ਉੱਥੇ ਵੱਡੇ ਵੱਡੇ ਉੱਤੇ ਪੋਸਟਰ ਲੱਗੇ ਸੀ, ਬੈਨਰ ਲੱਗੇ ਸੀ। ਉਮਰ ਖਾਲਿਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਉਹ ਸਟੂਡੈਂਟ ਆ ਜਿਹਨੂੰ ਲਗਭਗ 1000 ਤੋਂ ਵੀ ਵੱਧ ਦਿਨ ਹੋ ਗਏ, ਟਰੱਕ ਤੇ ਵੀ ਲਿਖਿਆ ਸੀ। ਤੁਸੀਂ ਅੱਜ ਤੱਕ ਉਸ ਬਾਰੇ ਕਿਉਂ ਨਹੀਂ ਕੁਝ ਕੀਤਾ? ਕਿਉਂ ਨਹੀਂ ਉਹਦਾ ਕੋਈ ਚਲਾਨ ਪੇਸ਼ ਕੀਤਾ? ਕਿਉਂ ਨਹੀਂ ਹਜੇ ਤੱਕ ਉਸ ਤੇ ਟ੍ਰਾਇਲ ਸ਼ੁਰੂ ਕੀਤਾ? ਇਸ ਤਰ੍ਹਾਂ ਦੀ ਜਦੋਂ ਤੁਸੀਂ ਚੀਜ਼ਾਂ ਕਰਦੇ ਹੋ, ਮਨੀਪੁਰ ਦੀ ਗੱਲ ਆਉਂਦੀ ਆ ਤੇ ਫਿਰ ਭਾਰਤ ਦੀ ਸਰਕਾਰ ਕਟਹਿਰੇ ਦੇ ਵਿੱਚ ਖੜੀ ਹੁੰਦੀ ਆ। ਤੀਸਰੀ ਗੱਲ, ਉਹਨਾਂ ਟਰੱਕਾਂ ਤੇ ਇਹ ਵੀ ਲਿਖੀ ਸੀ ਕਿ ਜਿਸ ਤਰ੍ਹਾਂ ਵਿਮਨ ਰੈਸਲਰਸ, ਭਾਰਤ ਦੀਆਂ ਕੁੜੀਆਂ, ਉਹ ਜਿਹੜੀਆਂ ਪਹਿਲਵਾਨ ਕੁੜੀਆਂ ਨੇ, ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ, ਉਹਨਾਂ ਬਾਰੇ ਵੀ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਭਾਰਤ ਸਰਕਾਰ ਨੂੰ। ਬਲਕਿ ਜਿਸ ਤਰ੍ਹਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਇਹ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਗਈ ਹੈ। ਦੇਖੋ, ਇੱਥੋਂ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹ ਬੜਾ ਕਹਿੰਦੇ ਨੇ, ਦੇਖੋ ਜੀ ਰਾਹੁਲ ਗਾਂਧੀ ਬਾਹਰ ਜਾ ਕੇ ਬੋਲਦੇ ਆ, ਬਾਹਰ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇਸ ਕਰਕੇ ਭਾਰਤ ਦੀ ਇਨਸਲਟ ਹੁੰਦੀ ਹੈ। ਇਨਸਲਟ ਤੁਹਾਡੇ ਇੱਥੋਂ ਦੇ ਕਾਰਨਾਮੇ ਜੋ ਤੁਸੀਂ ਕਾਰਵਾਈ ਨਹੀਂ ਕਰਦੇ ਉਹਨਾਂ ਕਰਕੇ ਹੁੰਦੀ ਆ। ਅਗਲੀ ਗੱਲ ਆ ਜਾਓ,
ਅੱਜ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਉਹਨਾਂ ਨੂੰ ਚੁਣਿਆ, ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ, ਪਰ ਕਿਉਂ ਨਹੀਂ ਉਹਨਾਂ ਨੇ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ। ਹੁਣ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਦਾ ਪ੍ਰੋਟੋਕਾਲ ਆ, ਕੋਈ ਵੀ ਸਟੇਟ ਗੈਸਟ ਆਉਂਦਾ ਉਹਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਨਾਲ ਪ੍ਰੈਸ ਸਾਹਮਣੇ ਖੜੇ ਹੋ ਕੇ ਦੋ ਦੋ ਸਵਾਲ ਲੈਣੇ ਪੈਂਦੇ ਆ। ਤੇ ਇੱਥੇ ਕੀ ਕੀਤਾ ਪ੍ਰਧਾਨ ਮੰਤਰੀ ਨੇ, ਇਹਨਾਂ ਦਾ ਜਿੰਨਾ ਅਮਲਾ ਫੈਲਾ ਨਾਲ ਗਿਆ ਸੀ, ਇਹਨਾਂ ਦੇ ਨਾਲ ਜਿੰਨੇ ਅਫੀਸ਼ੀਅਲਸ ਗਏ ਸੀ, ਉਹਨਾਂ ਦਾ ਅਮਰੀਕਨ ਐਡਮਿਨਿਸਟ੍ਰੇਸ਼ਨ ਤੇ ਇੱਕ ਤਰ੍ਹਾਂ ਦਾ ਦਬਾਅ ਸੀ ਕਿ ਪਹਿਲਾਂ ਤਾਂ ਤੁਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ, ਜੁਆਇੰਟ ਪ੍ਰੈਸ ਕਾਨਫਰੰਸ, ਇਸ ਨੂੰ ਖਤਮ ਹੀ ਕਰ ਦਿਓ। ਬਾਅਦ ਦੇ ਵਿੱਚ ਜਦੋਂ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਨਹੀਂ ਬੰਨੀ, ਫਿਰ ਇੱਕ ਇੱਕ ਸਵਾਲ ਤੇ ਰਾਜ਼ੀ ਹੋਏ ਔਰ ਉਹ ਸਵਾਲ ਵੀ ਪਹਿਲਾਂ ਗਏ ਸੀ। ਖੈਰ ਸਵਾਲ ਦਾ ਜਵਾਬ ਜਿਹੜਾ ਸੀ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਠੀਕ ਤਰ੍ਹਾਂ ਦਿੱਤਾ ਨਹੀਂ ਗਿਆ। ਹੁਣ ਮੈਂ ਆਉਣਾ ਉਸ ਸਵਾਲ ਤੇ ਜਿਸ ਸਵਾਲ ਨੂੰ ਲਗਾਤਾਰ ਨਰਿੰਦਰ ਮੋਦੀ ਅਵੋਇਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਖੈਰ ਉੱਥੇ ਜਾ ਕੇ ਵਾਲ ਸਟਰੀਟ ਜਰਨਲ ਆ ਜਿਹੜਾ, ਉਹਦੀ ਜਰਨਲਿਸਟ ਸੀ ਸਬਰੀਨਾ ਸਿੱਦੀਕੀ, ਉਹਨੇ ਇਹ ਸਵਾਲ ਪੁੱਛਿਆ। ਉਹਨੇ ਸਿੱਧਾ ਬੜਾ ਸਿੰਪਲ ਸਵਾਲ ਇਹ ਪੁੱਛਿਆ ਸੀ ਕਿ ਤੁਸੀਂ ਦੇਖੋ ਤੁਹਾਡੀ ਭਾਰਤ ਦੀ ਬੜੀ ਵੱਡੀ ਡੈਮੋਕ੍ਰੇਸੀ ਹੈ, ਇਹਦਾ ਪੂਰੀਆਂ ਦੁਨੀਆ ਦੇ ਵਿੱਚ ਨਾਂ ਤੁਸੀਂ ਕਹਿੰਦੇ ਹੋ ਕਿ ਹਮੇਸ਼ਾ ਇਹ ਸਾਡਾ ਲੋਕਤੰਤਰ ਆ, ਪਰ ਉੱਥੇ ਲਗਾਤਾਰ ਮਿਨੋਰਿਟੀ ਕਮਿਊਨਿਟੀਜ਼ ਤੇ ਔਰ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਤੇ ਲਗਾਤਾਰ ਅਟੈਕ ਹੋ ਰਹੇ ਨੇ। ਤੁਹਾਡਾ ਇਸ ਬਾਰੇ ਕੀ ਕਹਿਣਾ, ਤੇ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਕਿਹੜੇ ਉਸ ਤਰ੍ਹਾਂ ਦੇ ਕਦਮ ਲਓਗੇ, ਕਿਹੜੇ ਸਟੈਪਸ ਲਓਗੇ ਤਾਂ ਕਿ ਉਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਮਲੇ ਨਾ ਹੋਣ। ਹੁਣ ਤੁਸੀਂ ਦੇਖੋ ਇਹਦੇ ਨਾਲ ਹੋਇਆ ਕੀ। ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਇਸ ਦਾ ਸਿੱਧਾ ਜਵਾਬ ਹੀ ਨਹੀਂ ਦਿੱਤਾ, ਰਾਗ ਲਾਪਣ ਲੱਗੇ, ਅਸੀਂ ਤਾਂ ਜੀ ਬੜੀ ਵੱਡੀ ਡੈਮੋਕ੍ਰੇਸੀ ਆ, ਸਾਡੇ ਤਾਂ ਰਗ ਰਗ ਦੇ ਵਿੱਚ ਲੋਕਤੰਤਰ ਵਸਦਾ, ਸਾਡੇ ਤਾਂ ਬਹੁਤ ਜ਼ਮਾਨਿਆਂ ਤੋਂ ਲੋਕਤੰਤਰ ਆ। ਇਹੋ ਜਿਹੀਆਂ ਗੱਲਾਂ ਕਰਕੇ ਇੱਕ ਤਰ੍ਹਾਂ ਦੇ ਉਸ ਸਵਾਲ ਦਾ ਸਿੱਧਾ ਜਵਾਬ ਹੀ ਨਹੀਂ ਦਿੱਤਾ। ਦੂਸਰੀ ਗੱਲ, ਕਿਸੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਲਈ ਇਹ ਸਵਾਲ ਬਾਹਰਲੀ ਧਰਤੀ ਤੇ ਪੁੱਛਿਆ ਜਾਣਾ ਜਾਂ ਇਹ ਸਵਾਲ ਖੜਾ ਹੋਣਾ ਆਪਣੇ ਆਪ ਦੇ ਵਿੱਚ ਭਾਰਤ ਲਈ ਚਿੰਤਾ ਦਾ ਵਿਸ਼ਾ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਡੈਮੋਕ੍ਰੇਸੀ ਹਾਂ, ਅਸੀਂ ਲੋਕਤੰਤਰ ਹਾਂ, ਸਾਨੂੰ ਸਵਾਲ ਵੀ ਕਿਉਂ ਪੁੱਛਿਆ ਜਾਵੇ, ਪਰ ਸਵਾਲ ਪੁੱਛਣ ਦਾ ਕਾਰਨ ਇਸ ਕਰਕੇ ਬਣਦਾ ਕਿਉਂਕਿ ਭਾਰਤ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਇਨਸੀਡੈਂਟਸ ਹੁੰਦੇ ਨੇ, ਲਿੰਚਿੰਗਸ ਹੁੰਦੀਆਂ ਨੇ, ਮੌਬ ਲਿੰਚਿੰਗਸ ਹੁੰਦੀਆਂ ਨੇ, ਤਾਂ ਫਿਰ ਇਹ ਬੋਲਦੇ ਨੇ। ਉਮਰ ਖਾਲਿਦ ਦੀਆਂ ਸਿਚੁਏਸ਼ਨਸ ਹੁੰਦੀਆਂ ਨੇ, ਰੈਸਲਰਸ ਦੀਆਂ ਸਿਚੁਏਸ਼ਨਸ ਹੁੰਦੀਆਂ ਨੇ, ਫਿਰ ਇਹ ਬੋਲਦੇ ਨੇ, ਚੁੱਪ ਕਰ ਜਾਂਦੇ ਨੇ। ਇਸੇ ਕਰਕੇ ਸਵਾਲ ਹੁੰਦੇ ਨੇ ਕਿਉਂਕਿ ਚੁਣੇ ਹੋਏ ਜਿਨ੍ਹਾਂ ਨੇ ਲੋਕਾਂ ਨੇ ਤੁਹਾਨੂੰ ਚੁਣਿਆ ਉਹਨਾਂ ਨੂੰ ਤਾਂ ਤੁਸੀਂ ਪ੍ਰੈਸ ਕਾਨਫਰੰਸ ਦਿੰਦੇ ਨਹੀਂ, ਬਾਹਰ ਜਾ ਕੇ ਕਿਉਂਕਿ ਮਜਬੂਰੀ ਬਣਦੀ ਹੈ, ਇਸ ਕਰਕੇ ਤੁਸੀਂ ਉੱਥੇ ਪ੍ਰੈਸ ਕਾਨਫਰੰਸ ਕਰਦੇ ਹੋ। ਅਗਲੀ ਗੱਲ, ਬਰਾਕ ਓਬਾਮਾ ਜਿਹੜੇ ਕਿ ਸਾਬਕਾ ਰਾਸ਼ਟਰਪਤੀ ਆ, ਉਹਨਾਂ ਨੇ CNN ਨੂੰ ਇੱਕ ਇੰਟਰਵਿਊ ਦਿੱਤਾ ਔਰ ਇਹ ਉਹ ਬਰਾਕ ਓਬਾਮਾ ਨੇ ਜਦੋਂ ਭਾਰਤ ਆਏ ਸੀ ਤੇ ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸੀ ਇਹ ਤਾਂ ਮੇਰਾ ਦੋਸਤ ਆ, ਮੈਂ ਇਹਦੇ ਨਾਲ ਤੂੰ ਤੜਕ ਕਰਕੇ ਗੱਲ ਕਰਦਾ, ਅਸੀਂ ਨਹੀਂ ਕਹਿੰਦੇ ਆਪ ਊਪ ਕਹਿੰਦੇ ਇੱਕ ਦੂਸਰੇ ਨੂੰ, ਇੱਥੋਂ ਤੱਕ ਦੋਸਤੀ। ਤੇ ਬਰਾਕ ਓਬਾਮਾ ਨੇ ਜਦੋਂ ਕਿਹਾ ਕਿ ਜੇ ਮੈਂ ਜੋ ਬਾਈਡਨ ਦੀ ਜਗ੍ਹਾ ਤੇ ਹੁੰਦਾ, ਅਮਰੀਕਾ ਦੇ ਰਾਸ਼ਟਰਪਤੀ ਦੀ ਜਗ੍ਹਾ ਤੇ ਹੁੰਦਾ, ਤਾਂ ਮੈਂ ਜ਼ਰੂਰ ਨਰਿੰਦਰ ਮੋਦੀ ਤੋਂ ਪੁੱਛਦਾ ਕਿ ਤੁਸੀਂ ਉੱਥੇ ਲੋਕਤੰਤਰ ਨੂੰ ਕਿਉਂ ਕਮਜ਼ੋਰ ਕੀਤਾ ਜਾ ਰਿਹਾ ਜਾਂ ਮਿਨੋਰਿਟੀ ਕਮਿਊਨਿਟੀਜ਼ ਤੇ ਹਮਲੇ ਕਿਉਂ ਹੋ ਰਹੇ ਨੇ। ਜੇ ਇਹ ਲਗਾਤਾਰ ਹੁੰਦਾ ਰਿਹਾ ਤੇ ਭਾਰਤ ਟੁੱਟ ਵੀ ਸਕਦਾ, ਭਾਰਤ ਦੇ ਉੱਤੇ ਖਤਰੇ ਵੀ ਮੰਡਰਾ ਸਕਦੇ ਨੇ। ਇਹ ਗੱਲ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਕਹੀ ਆ। ਹੁਣ ਇਹ ਗੱਲ ਇਹਨਾਂ ਨੂੰ ਵੀ ਨਹੀਂ ਪਸੰਦ ਆਈ, ਬਲਕਿ ਅਸਾਮ ਦੇ ਇਹਨਾਂ ਦੇ ਬੜੇ ਖਾਸ ਚੀਫ ਮਿਨਿਸਟਰ ਨੇ ਹੇਮੰਤ ਬਿਸਵਾ ਸ਼ਰਮਾ। ਹੇਮੰਤ ਬਿਸਵਾ ਸ਼ਰਮਾ ਨੇ ਤਾਂ ਉਹਨਾਂ ਨੂੰ ਹੁਸੈਨ ਬਣਾਤਾ, ਕਹਿੰਦੇ ਜੀ ਇਹ ਤਾਂ ਹੁਸੈਨ ਓਬਾਮਾ ਨੇ, ਹੁਸੈਨ ਬਰਾਕ ਓਬਾਮਾ ਨੇ, ਯਾਨੀ ਕਿ ਬੇਸਿਕਲੀ ਉਹਨਾਂ ਨੂੰ ਮੁਸਲਿਮ ਬਣਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਇਹਨਾਂ ਨੇ ਇਹ ਵੀ ਗੱਲ ਕਹੀ ਅਮਿਤ ਮਾਲਵੀਆ ਨੇ, ਅਮਿਤ ਮਾਲਵੀਆ ਬੀਜੇਪੀ IT ਸੈੱਲ ਦੇ ਪ੍ਰਧਾਨ ਨੇ, ਉਹਨਾਂ ਦੇ ਚੀਫ ਨੇ, ਉਹਨਾਂ ਦੇ ਹੈੱਡ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਦੇਖੋ ਜੀ ਉਹ ਜਿਹੜਾ ਵਾਲ ਸਟਰੀਟ ਜਰਨਲ ਦੇ ਜਰਨਲਿਸਟ ਸੀ ਜਿਨ੍ਹਾਂ ਦਾ ਨਾਂ ਸਬਰੀਨਾ ਸਿੱਦੀਕੀ ਸੀ, ਉਹ ਤਾਂ ਕਹਿੰਦੇ ਇੱਕ ਮੁਸਲਿਮ ਸੀ। ਯਾਨੀ ਕਿ ਇਹ ਜਿਹੜੇ ਸਵਾਲ ਖੜੇ ਹੋ ਰਹੇ ਨੇ ਬਾਹਰਲੀਆਂ ਧਰਤੀਆਂ ਤੇ, ਇਹ ਤਾਂ ਫਿਰ ਤੁਸੀਂ ਠੀਕ ਹੀ ਸਾਬਿਤ ਕਰ ਰਹੇ ਹੋ ਕਿ ਜੇ ਤੁਹਾਨੂੰ ਲੱਗਦਾ ਕਿਸੇ ਮੁਸਲਿਮ ਨੇ ਪੁੱਛ ਲਿਆ ਜਾਂ ਜਿਹੜੇ ਮੁਸਲਿਮ ਨਹੀਂ ਵੀ ਹੁੰਦੇ ਉਹਨਾਂ ਨੂੰ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਤੇ ਫਿਰ ਤੁਸੀਂ ਦੇਖੋ ਇਹਦਾ ਮਤਲਬ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਉਹ ਤਾਂ ਠੀਕ ਹੀ ਪੁੱਛੇ ਜਾ ਰਹੇ ਨੇ, ਤੇ ਤੁਸੀਂ ਉਹਨਾਂ ਦਾ ਸਿੱਧਾ ਜਵਾਬ ਨਹੀਂ ਦਿੰਦੇ, ਤੁਸੀਂ ਉਹਨਾਂ ਦੀ ਟ੍ਰੋਲਿੰਗ ਸ਼ੁਰੂ ਕਰ ਦਿੰਦੇ ਹੋ। ਤੇ ਅਖੀਰਲੀ ਗੱਲ ਮੈਂ ਇਹ ਕਹਿਣਾ ਚਾਹੂੰਗਾ ਕਿ ਜਦੋਂ ਤੁਸੀਂ ਇਜਿਪਟ ਪਹੁੰਚਦੇ ਨੇ, ਨਰਿੰਦਰ ਮੋਦੀ ਇਜਿਪਟ ਗਏ, ਉੱਥੇ ਦੇ ਕੈਰੋ ਜਿਹੜੀ ਆ ਰਾਜਧਾਨੀ ਆ, ਉੱਥੇ ਜਾ ਕੇ ਇਹ ਮਸਜਿਦ ਜਾਂਦੇ ਨੇ, ਉੱਥੇ
ਤੇ ਫਿਰ ਸਵਾਲ ਫੇਰ ਖੜੇ ਹੁੰਦੇ ਨੇ ਕਿ ਭਾਰਤ ਦੇ ਵਿੱਚ ਤੁਸੀਂ ਮਸਜਿਦ 'ਚ ਕਿਉਂ ਨਹੀਂ ਜਾਂਦੇ? ਇੱਥੇ ਵੀ ਤਾਂ ਜਾਓ ਨਾ, ਇੱਥੇ ਵੀ ਲੋਕਾਂ ਨੂੰ ਜੋੜੋ। ਜਾਂ ਹੁਣ ਤੁਹਾਡੇ ਤੇ ਪ੍ਰੈਸ਼ਰ ਆ ਗਿਆ ਕਿਉਂਕਿ ਤੁਹਾਨੂੰ ਸਵਾਲ ਇਸ ਤਰ੍ਹਾਂ ਦੇ ਪੁੱਛ ਲਏ ਗਏ, ਇਸ ਕਰਕੇ ਤੁਸੀਂ ਦਿਖਾਉਣਾ ਚਾਹੁੰਦੇ ਹੋ ਦੁਨੀਆ ਨੂੰ ਕਿ ਨਹੀਂ ਜੀ ਮੇਰੇ ਲਈ ਤਾਂ ਸਾਰੇ ਬਰਾਬਰ ਆ। ਚੰਗੀ ਗੱਲ ਆ, ਜੇ ਤੁਹਾਡਾ ਭਾਰਤ ਪਰਤਨ ਤੱਕ ਕਿਸੇ ਤਰ੍ਹਾਂ ਦਾ ਕੋਈ ਹਿਰਦੇ ਪਰਿਵਰਤਨ ਹੋ ਗਿਆ ਜਾਂ ਤੁਹਾਡਾ ਦਿਲ ਬਦਲ ਗਿਆ ਤਾਂ ਬਹੁਤ ਚੰਗੀ ਗੱਲ ਆ। ਜੋ ਤੁਸੀਂ ਕਹਿੰਦੇ ਹੋ ਸਬਕਾ ਸਾਥ ਸਬਕਾ ਵਿਕਾਸ, ਕਰੋ ਇਸ ਤਰ੍ਹਾਂ, ਲੋਕ ਤੁਹਾਨੂੰ ਪਸੰਦ ਕਰਨਗੇ। ਪਰ ਜਿੰਨਾ ਦੇਰ ਤੱਕ ਤੁਸੀਂ ਲੋਕਾਂ ਦੇ ਵਿੱਚ ਡਿਵੀਜ਼ਨਸ, ਲੋਕਾਂ ਦੇ ਵਿੱਚ ਵੰਡੀਆਂ ਪਾਉਣਾ ਬੰਦ ਨਹੀਂ ਕਰੋਗੇ ਤੇ ਇਸ ਤਰ੍ਹਾਂ ਦੇ ਸਵਾਲ ਲਗਾਤਾਰ ਤੁਹਾਡੇ ਤੇ ਉੱਠਦੇ ਰਹਿਣਗੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।